ਸੈਂਟੀਆਗੋ ਨਾਮ ਦਾ ਇੱਕ ਚਰਵਾਹਾ ਲੜਕਾ ਆਪਣੀਆਂ ਭੇਡਾਂ ਨਾਲ ਸਪੇਨ ਵਿੱਚ ਇੱਕ ਢਹੀ ਹੋਈ ਚਰਚ ਵਿੱਚ ਸਾਈਕਾਮੋਰ ਦਰਖਤ ਦੇ ਥੱਲੇ ਬੈਠਾ ਸੀ, ਜਿਸ ਦੀ ਛੱਤ ਟੁੱਟੀ ਹੋਣ ਕਰਕੇ ਉਸ ਨੂੰ ਅਸਮਾਨ ਦਿਸ ਰਿਹਾ ਸੀ। ਚਰਵਾਹਾ ਆਪਣੀਆਂ ਭੇਡਾਂ ਦੀ ਉੱਨ ਵੇਚਣ ਇੱਕ ਵਪਾਰੀ ਕੋਲ ਜਾ ਰਿਹਾ ਸੀ, ਜਿਸ ਦੀ ਕੁੜੀ ਬਹੁਤ ਸੋਹਣੀ ਸੀ। ਪਿਛਲੀ ਵਾਰ ਵੀ ਉਹ ਉਸ ਨੂੰ ਮਿਲਿਆ ਸੀ ਅਤੇ ਇਸ ਵਾਰ ਵੀ ਉਸ ਦੇ ਜਾਣ ਦਾ ਮੁੱਖ ਕਾਰਨ ਉਹ ਕੁੜੀ ਹੀ ਸੀ। ਉਸੇ ਰਾਤ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਕਿ ਇੱਕ ਬੱਚਾ ਆ ਕੇ ਉਸ ਦੀਆਂ ਭੇਡਾਂ ਨਾਲ ਖੇਡਣ ਲੱਗ ਜਾਂਦਾ ਹੈ ਅਤੇ ਉਸ ਦਾ ਹੱਥ ਫੜ ਕੇ ਉਸ ਨੂੰ ਇਜਿਪਟ ਵਿੱਚ ਲੈ ਜਾਂਦਾ ਹੈ ਅਤੇ ਪਿਰਾਮਿਡਾਂ ਵੱਲ ਉਂਗਲ ਕਰਕੇ ਉਸ ਨੂੰ ਕਹਿੰਦਾ ਹੈ ਕਿ ਇੱਥੇ ਮਿਲੇਗਾ ਉਸ ਨੂੰ ਦੱਬਿਆ ਹੋਇਆ ਖਜ਼ਾਨਾ। ਪਰ ਖਜ਼ਾਨੇ ਦੀ ਸਹੀ ਜਗ੍ਹਾ ਜਦੋਂ ਉਹ ਦਿਖਾਉਣ ਲੱਗਦਾ ਹੈ ਤਾਂ ਸੁਪਨਾ ਟੁੱਟ ਜਾਂਦਾ ਹੈ। ਇਹ ਸੁਪਨਾ ਉਸ ਨੂੰ ਪਹਿਲਾਂ ਵੀ ਆ ਚੁੱਕਿਆ ਸੀ। ਅਗਲੇ ਦਿਨ ਉਸ ਨੂੰ ਯਾਦ ਆਉਂਦਾ ਹੈ ਕਿ ਨੇੜੇ ਦੇ ਪਿੰਡ ਇੱਕ ਸੁਪਨਿਆਂ ਦਾ ਮਤਲਬ ਦੱਸਣ ਵਾਲੀ ਬੁੱਢੀ ਔਰਤ ਰਹਿੰਦੀ ਹੈ। ਉਸ ਔਰਤ ਕੋਲ ਜਾਂਦਾ ਹੈ ਅਤੇ ਸੁਪਨੇ ਬਾਰੇ ਦੱਸਦਾ ਹੈ। ਔਰਤ ਉਸ ਨੂੰ ਦੱਸਦੀ ਹੈ ਕਿ ਉਹ ਉਸ ਦੇ ਸੁਪਨੇ ਦਾ ਮਤਲਬ ਦੱਸ ਦੇਵੇਗੀ, ਪਰ ਬਦਲੇ ਵਿੱਚ ਖਜ਼ਾਨੇ ਦਾ 10ਵਾਂ ਹਿੱਸਾ ਲਵੇਗੀ। ਲੜਕਾ ਸੋਚਦਾ ਹੈ ਕਿ ਉਹ ਉਸ ਨੂੰ ਬੇਵਕੂਫ ਬਣਾ ਰਹੀ ਹੈ, ਪਰ ਫਿਰ ਵੀ ਉਹ ਹਾਂ ਕਰ ਦਿੰਦਾ ਹੈ। ਉਹ ਔਰਤ ਕਹਿੰਦੀ ਹੈ ਕਿ ਉਸ ਨੂੰ ਖਜ਼ਾਨੇ ਦੀ ਭਾਲ ਵਿੱਚ ਇਜਿਪਟ ਦੇ ਪਿਰਾਮਿਡਾਂ ਵਿੱਚ ਜਾਣਾ ਪਵੇਗਾ। ਲੜਕਾ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਅਤੇ ਉੱਥੋਂ ਚਲਿਆ ਜਾਂਦਾ ਹੈ। ਅਗਲੇ ਦਿਨ ਸ਼ਾਮ ਨੂੰ ਜਦੋਂ ਉਹ ਬਾਜ਼ਾਰ ਵਿੱਚ ਬੈਠਾ ਵਾਈਨ ਪੀ ਰਿਹਾ ਹੁੰਦਾ ਤਾਂ ਉਸ ਨੂੰ ਇੱਕ ਬੁੱਢਾ ਵਿਅਕਤੀ ਮਿਲਦਾ ਹੈ, ਜੋ ਉਸ ਨੂੰ ਕਹਿੰਦਾ ਹੈ ਕਿ ਉਹ ਸਲੇਮ ਦਾ ਰਾਜਾ ਹੈ ਅਤੇ ਗੱਲਬਾਤ ਦੌਰਾਨ ਹੀ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਆਪਣਾ ਖਜ਼ਾਨਾ ਲੱਭਣ ਜਾਣਾ ਚਾਹੀਦਾ ਹੈ। ਲੜਕਾ ਸੋਚਦਾ ਹੈ ਕਿ ਸ਼ਾਇਦ ਉਹ ਉਸ ਬੁੱਢੀ ਔਰਤ ਦਾ ਪਤੀ ਹੋਵੇਗਾ, ਤਾਂ ਹੀ ਉਸ ਨੂੰ ਇਹ ਗੱਲ ਪਤਾ ਹੈ। ਪਰ ਉਹ ਵਿਅਕਤੀ ਕਹਿੰਦਾ ਹੈ ਕਿ ਵਪਾਰੀ ਦੀ ਲੜਕੀ ਅਤੇ ਉਸ ਦੀਆਂ ਭੇਡਾਂ ਨਾਲੋਂ ਉਸ ਨੂੰ ਆਪਣਾ ਖਜ਼ਾਨਾ ਲੱਭਣ ਉੱਪਰ ਜ਼ੋਰ ਦੇਣਾ ਚਾਹੀਦਾ ਹੈ। ਲੜਕਾ ਹੈਰਾਨ ਹੋ ਜਾਂਦਾ ਹੈ ਕਿ ਉਸ ਬੁੱਢੇ ਵਿਅਕਤੀ ਨੂੰ ਇਹਨਾਂ ਗੱਲਾਂ ਬਾਰੇ ਕਿਵੇਂ ਪਤਾ। ਇਸ ਤੋਂ ਬਾਅਦ ਬੁੱਢਾ ਵਿਅਕਤੀ ਉਸ ਨੂੰ ਅਜਿਹੀਆਂ ਗੱਲਾਂ ਬਾਰੇ ਦੱਸਦਾ ਹੈ ਜੋ ਕਿ ਲੜਕੇ ਨੇ ਕਿਸੇ ਨੂੰ ਵੀ ਨਹੀਂ ਸੀ ਦੱਸੀਆਂ। ਬੁੱਢਾ ਵਿਅਕਤੀ ਉਸ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਖਜ਼ਾਨੇ ਦਾ ਰਸਤਾ ਦੱਸ ਦੇਵੇਗਾ, ਪਰ ਬਦਲੇ ਵਿੱਚ ਉਸ ਨੂੰ ਆਪਣੀਆਂ ਭੇਡਾਂ ਦਾ 10ਵਾਂ ਹਿੱਸਾ ਦੇਣਾ ਪਵੇਗਾ। ਬੁੱਢਾ ਵਿਅਕਤੀ ਉਸ ਨੂੰ ਦੱਸਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਝੂਠ ਇਹੀ ਹੈ ਕਿ ਇਨਸਾਨ ਨੂੰ ਉਸ ਦੀ ਕਿਸਮਤ ਕੰਟਰੋਲ ਕਰਦੀ ਹੈ, ਜਦੋਂ ਕਿ ਅਸਲ ਦੇ ਵਿੱਚ ਵਿਅਕਤੀ ਜੋ ਵੀ ਕਰਨਾ ਚਾਹੁੰਦਾ ਹੈ ਪੂਰੀ ਕਾਇਨਾਤ ਉਸ ਨੂੰ ਉਹ ਹਾਸਲ ਕਰਨ ਵਿੱਚ ਮਦਦ ਕਰਦੀ ਹੈ। ਲੜਕਾ ਸੋਚਦਾ ਹੈ ਕਿ ਕਿਵੇਂ ਉਹ ਆਪਣੇ ਦੁਨੀਆ ਘੁੰਮਣ ਦੇ ਸ਼ੌਕ ਦੇ ਚੱਲਦੇ ਚਰਵਾਹਾ ਬਣਿਆ ਸੀ ਅਤੇ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਗਿਆ ਸੀ। ਜਦੋਂ ਉਹ ਵੀ ਉਸ ਤੋਂ ਅਲੱਗ ਰਹਿਣਾ ਸਿੱਖ ਗਏ ਤਾਂ ਇਹ ਭੇਡਾਂ ਵੀ ਉਸ ਤੋਂ ਬਿਨਾਂ ਰਹਿ ਲੈਣਗੀਆਂ। ਅਗਲੇ ਦਿਨ ਉਸਨੇ 10ਵੇਂ ਹਿੱਸੇ ਦੀਆਂ ਭੇਡਾਂ ਉਸ ਬੁੱਢੇ ਵਿਅਕਤੀ ਨੂੰ ਦੇ ਦਿੱਤੀਆਂ ਅਤੇ ਬਾਕੀ ਬਚੀਆਂ ਭੇਡਾਂ ਆਪਣੇ ਦੋਸਤ ਨੂੰ ਵੇਚ ਦਿੱਤੀਆਂ। ਬੁੱਢੇ ਵਿਅਕਤੀ ਨੇ ਉਸ ਨੂੰ ਕੁਦਰਤ ਦੇ ਇਸ਼ਾਰਿਆਂ ਨੂੰ ਸਮਝਣ ਲਈ 2 ਪੱਥਰ ਯੂਰੇਮ ਅਤੇ ਥਿਊਮੇਮ ਦਿੱਤੇ। ਇਹ ਪੱਥਰ ਹਾਂ ਅਤੇ ਨਾ ਵਜੋਂ ਕੁਦਰਤ ਦੇ ਇਸ਼ਾਰੇ ਸਮਝਣ ਵਿੱਚ ਮਦਦ ਕਰਦੇ ਸਨ। ਉਸ ਤੋਂ ਬਾਅਦ ਉਸਨੇ ਲੜਕੇ ਨੂੰ ਅਰਬ ਜਾਣ ਵਾਲੇ ਜਹਾਜ਼ ਵਿੱਚ ਬਿਠਾ ਦਿੱਤਾ। ਲੜਕਾ ਜਦੋਂ ਪਰਲੇ ਪਾਸੇ ਪਹੁੰਚਿਆ ਤਾਂ ਉਸ ਨੂੰ ਉੱਥੋਂ ਦੀ ਭਾਸ਼ਾ ਵੀ ਨਹੀਂ ਸੀ ਆਉਂਦੀ। ਉਸ ਨੂੰ ਉੱਥੇ ਇੱਕ ਲੜਕਾ ਮਿਲਿਆ ਜਿਸ ਨੇ ਉਸ ਨੂੰ ਇਜਿਪਟ ਲੈ ਕੇ ਜਾਣ ਦਾ ਭਰੋਸਾ ਦਿੱਤਾ ਅਤੇ ਊਠ ਖਰੀਦਣ ਲਈ ਉਸ ਤੋਂ ਪੈਸੇ ਲੈ ਲਏ ਅਤੇ ਉਸ ਨੂੰ ਝਾਂਸਾ ਦੇ ਕੇ ਉਸ ਦੇ ਪੈਸੇ ਲੈ ਕੇ ਫਰਾਰ ਹੋ ਗਿਆ। ਲੜਕੇ ਨੂੰ ਲੱਗਿਆ ਕਿ ਉਸਨੇ ਸਭ ਕੁਝ ਗਵਾ ਲਿਆ, ਪਰ ਅਗਲੇ ਹੀ ਪਲ ਉਸਨੇ ਇੱਕ ਦੁਕਾਨਦਾਰ ਦੀ ਮਦਦ ਕੀਤੀ ਅਤੇ ਉਸ ਦੁਕਾਨਦਾਰ ਨੇ ਬਦਲੇ ਵਿੱਚ ਉਸ ਨੂੰ ਖਾਣ ਲਈ ਸਮਾਨ ਦਿੱਤਾ। ਉਸ ਨੂੰ ਮਹਿਸੂਸ ਹੋਇਆ ਕਿ ਉਸਨੇ ਬਿਨਾਂ ਉੱਥੋਂ ਦੀ ਭਾਸ਼ਾ ਸਮਝੇ ਕਿਸੇ ਅਜੀਬੋ-ਗਰੀਬ ਤਰੀਕੇ ਨਾਲ ਉਸ ਦੁਕਾਨਦਾਰ ਦੀ ਗੱਲ ਸਮਝ ਲਈ ਸੀ। ਉਸ ਨੂੰ ਅਹਿਸਾਸ ਹੋਇਆ ਕਿ ਸਾਰੇ ਬ੍ਰਹਿਮੰਡ ਵਿੱਚ ਜ਼ਰੂਰ ਕੋਈ ਸਾਂਝੀ ਭਾਸ਼ਾ ਹੋਵੇਗੀ। ਉਹ ਅੱਗੇ ਗਿਆ ਤਾਂ ਉਸ ਨੂੰ ਪਹਾੜੀ ਉੱਪਰ ਇੱਕ ਕ੍ਰਿਸਟਲ ਦੀ ਦੁਕਾਨ ਮਿਲੀ। ਉਸਨੇ ਦੁਕਾਨਦਾਰ ਨੂੰ ਕਿਹਾ ਕਿ ਉਹ ਉਸਦੇ ਮਿੱਟੀ ਨਾਲ ਭਰੇ ਹੋਏ ਕ੍ਰਿਸਟਲ ਸਾਫ਼ ਕਰ ਦੇਵੇਗਾ, ਜਿਸ ਦੇ ਬਦਲੇ ਉਸਨੇ ਦੁਕਾਨਦਾਰ ਤੋਂ ਭੋਜਨ ਮੰਗਿਆ। ਦੁਕਾਨਦਾਰ ਰਾਜ਼ੀ ਹੋ ਗਿਆ। ਲੜਕਾ ਜਦੋਂ ਕ੍ਰਿਸਟਲ ਸਾਫ਼ ਕਰਨ ਲੱਗਿਆ ਤਾਂ ਉੱਥੇ ਕੁਝ ਗ੍ਰਾਹਕ ਆ ਗਏ ਅਤੇ ਲੜਕੇ ਨੂੰ ਲੱਕੀ ਸਮਝ ਕੇ ਦੁਕਾਨਦਾਰ ਨੇ ਉਸ ਨੂੰ ਕੰਮ ਤੇ ਰੱਖ ਲਿਆ। ਕੁਝ ਮਹੀਨਿਆਂ ਬਾਅਦ ਲੜਕੇ ਨੇ ਕੁਝ ਰਾਹਗੀਰਾਂ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਪਹਾੜੀ ਤੇ ਚੜ੍ਹ ਕੇ ਉਹ ਥੱਕ ਗਏ ਨੇ ਅਤੇ ਇੱਥੇ ਕੋਈ ਚੰਗੀ ਚਾਹ ਪੀਣ ਦੀ ਦੁਕਾਨ ਵੀ ਨਹੀਂ ਹੈ। ਲੜਕੇ ਨੇ ਦੁਕਾਨਦਾਰ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਕ੍ਰਿਸਟਲ ਭਾਂਡਿਆਂ ਵਿੱਚ ਚਾਹ ਵੇਚਣੀ ਸ਼ੁਰੂ ਕਰਨੀ ਚਾਹੀਦੀ ਹੈ। ਇਸ ਨਾਲ ਉਹਨਾਂ ਦੀ ਚਾਹ ਦੀ ਵਿਕਰੀ ਵੀ ਵਧੇਗੀ ਅਤੇ ਕ੍ਰਿਸਟਲ ਵੀ ਵੱਧ ਵਿਕਣਗੇ। ਦੁਕਾਨਦਾਰ ਮੰਨ ਗਿਆ। ਆਉਣ ਵਾਲੇ ਮਹੀਨੇ ਵਿੱਚ ਦੁਕਾਨਦਾਰ ਅਤੇ ਲੜਕੇ ਨੇ ਖੂਬ ਪੈਸੇ ਕਮਾਏ। ਹੁਣ ਲੜਕੇ ਕੋਲ ਕਾਫੀ ਪੈਸੇ ਇਕੱਠੇ ਹੋ ਗਏ। ਉਸਨੇ ਸੋਚਿਆ ਕਿ ਉਸ ਨੂੰ ਵਾਪਸ ਜਾ ਕੇ ਫਿਰ ਤੋਂ ਭੇਡਾਂ ਲੈ ਲੈਣੀਆਂ ਚਾਹੀਦੀਆਂ ਨੇ। ਦੁਕਾਨਦਾਰ ਤੋਂ ਅਲਵਿਦਾ ਲੈ ਕੇ ਉਹ ਵਾਪਸ ਚੱਲ ਪਿਆ, ਪਰ ਫਿਰ ਮਨ ਵਿੱਚ ਆਇਆ ਕਿ ਹੁਣ ਜਦੋਂ ਇੰਨੀ ਮਿਹਨਤ ਕੀਤੀ ਹੀ ਹੈ ਤਾਂ ਵਾਪਸ ਨਹੀਂ ਮੁੜਨਾ ਚਾਹੀਦਾ। ਇਹ ਸੋਚ ਕੇ ਉਹ ਇੱਕ ਕਾਰਵਾਂ ਵਿੱਚ ਸ਼ਾਮਿਲ ਹੋ ਗਿਆ ਜਿਸ ਵਿੱਚ ਲੋਕ ਮਾਰੂਥਲ ਪਾਰ ਕਰਕੇ ਇਜਿਪਟ ਜਾ ਰਹੇ ਸਨ। ਉੱਥੇ ਉਸ ਨੂੰ ਇੱਕ ਅੰਗਰੇਜ਼ ਮਿਲਿਆ ਜੋ ਕਿ ਅਲਕੈਮਿਸਟ ਦੀ ਭਾਲ ਵਿੱਚ ਸੀ। ਉਸਨੇ ਲੜਕੇ ਨੂੰ ਦੱਸਿਆ ਕਿ ਅਲਕੈਮਿਸਟ ਕਈ 100 ਸਾਲ ਜਿਉਂਦੇ ਨੇ ਅਤੇ ਤਾਂਬੇ ਨੂੰ ਸੋਨੇ ਵਿੱਚ ਬਦਲ ਸਕਦੇ ਨੇ। ਅੰਗਰੇਜ਼ ਕੋਲ ਬਹੁਤ ਸਾਰੀਆਂ ਕਿਤਾਬਾਂ ਦੇ ਨਾਲ-ਨਾਲ ਯੂਰੇਮ ਅਤੇ ਥਿਊਮਮ ਵੀ ਸਨ। ਕਾਰਵਾਂ ਚੱਲ ਪਿਆ ਅਤੇ ਖਤਰਨਾਕ ਮਾਰੂਥਲ ਨੂੰ ਪਾਰ ਕਰਨ ਲੱਗਿਆ। ਰਸਤੇ ਵਿੱਚ ਲੜਕੇ ਨੇ ਮਾਰੂਥਲ ਨੂੰ ਧਿਆਨ ਨਾਲ ਦੇਖਿਆ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਰਾਤਾਂ ਨੂੰ ਮਾਰੂਥਲ ਵਿੱਚ ਚੰਦ ਦੀ ਖੂਬਸੂਰਤ ਚਾਨਣੀ ਨੂੰ ਧਿਆਨ ਨਾਲ ਦੇਖਿਆ ਅਤੇ ਆਪਣੇ ਊਠ ਨੂੰ ਜਿਸ ਉੱਪਰ ਉਹ ਸਵਾਰੀ ਕਰ ਰਿਹਾ ਸੀ ਸਮਝਣ ਦੀ ਕੋਸ਼ਿਸ਼ ਕੀਤੀ।
ਉਸ ਨੂੰ ਮਹਿਸੂਸ ਹੋਇਆ ਕਿ ਮਾਰੂਥਲ ਉਸ ਦੇ ਨਾਲ ਗੱਲਾਂ ਕਰਦਾ ਹੈ ਅਤੇ ਸੰਕੇਤ ਦੇ ਰਿਹਾ ਹੈ, ਜਦੋਂ ਕਿ ਅੰਗਰੇਜ਼ ਆਪਣੀਆਂ ਕਿਤਾਬਾਂ ਵਿੱਚ ਹੀ ਰੁੱਝਿਆ ਰਿਹਾ। ਜਦੋਂ ਉਹ ਅੱਧ ਵਿਚਕਾਰ ਪਹੁੰਚੇ ਤਾਂ ਦੋ ਕਬੀਲਿਆਂ ਵਿਚਕਾਰ ਲੜਾਈ ਲੱਗ ਗਈ। ਵਾਪਸ ਜਾਣਾ ਮੁਸ਼ਕਿਲ ਸੀ ਅਤੇ ਅੱਗੇ ਵੀ ਖਤਰਾ ਸੀ, ਤਾਂ ਉਹਨਾਂ ਨੇ ਇੱਕ ਅਜਿਹੇ ਪਿੰਡ ਵਿੱਚ ਸ਼ਰਨ ਲੈ ਲਈ ਜਿੱਥੇ ਅਕਸਰ ਯਾਤਰੀ ਸਫ਼ਰ ਦੌਰਾਨ ਸ਼ਰਨ ਲੈਂਦੇ ਸਨ ਅਤੇ ਇੱਕ ਸੰਧੀ ਅਨੁਸਾਰ ਉੱਥੇ ਕੋਈ ਵੀ ਕਬੀਲਾ ਹਮਲਾ ਨਹੀਂ ਸੀ ਕਰ ਸਕਦਾ। ਲੜਕਾ ਅਤੇ ਅੰਗਰੇਜ਼ ਉੱਥੇ ਅਲਕੈਮਿਸਟ ਨੂੰ ਲੱਭਣ ਲੱਗੇ, ਪਰ ਕਿਸੇ ਨੇ ਵੀ ਅਲਕੈਮਿਸਟ ਦਾ ਪਤਾ ਨਾ ਦੱਸਿਆ। ਉਸੇ ਦੌਰਾਨ ਲੜਕੇ ਨੂੰ ਖੂਹ ਉੱਪਰ ਇੱਕ ਫਾਤਿਮਾ ਨਾਮ ਦੀ ਲੜਕੀ ਮਿਲੀ, ਜਿਸ ਨਾਲ ਲੜਕੇ ਨੂੰ ਪਿਆਰ ਹੋ ਗਿਆ। ਉਹ ਲੜਕੀ ਨੇ ਉਹਨਾਂ ਨੂੰ ਅਲਕੈਮਿਸਟ ਦਾ ਪਤਾ ਦੱਸ ਦਿੱਤਾ। ਅੰਗਰੇਜ਼ ਅਲਕੈਮਿਸਟ ਨੂੰ ਮਿਲਿਆ। ਅਲਕੈਮਿਸਟ ਨੇ ਅੰਗਰੇਜ਼ ਨੂੰ ਪੁੱਛਿਆ ਕਿ ਕੀ ਕਦੀ ਉਸਨੇ ਤਾਂਬੇ ਤੋਂ ਸੋਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੰਗਰੇਜ਼ ਨੇ ਕਿਹਾ ਨਹੀਂ। ਤਾਂ ਅਲਕੈਮਿਸਟ ਨੇ ਕਿਹਾ ਕਿ ਪਹਿਲਾਂ ਉਹ ਕੋਸ਼ਿਸ਼ ਕਰੇ ਅਤੇ ਫਿਰ ਵਾਪਸ ਉਸ ਕੋਲ ਆਵੇ। ਉਸ ਤੋਂ ਬਾਅਦ ਫਾਤਿਮਾ ਅਤੇ ਲੜਕਾ ਹਰ ਰੋਜ਼ ਉਸ ਖੂਹ ਉੱਪਰ ਮਿਲਣ ਲੱਗੇ। ਇੱਕ ਰਾਤ ਲੜਕਾ ਜਦੋਂ ਮਾਰੂਥਲ ਵਿੱਚ ਬੈਠਾ ਚੰਦ ਦੇਖ ਰਿਹਾ ਸੀ ਤਾਂ ਉਸ ਨੂੰ ਅਸਮਾਨ ਵਿੱਚ ਦੋ ਬਾਜ਼ ਦਿਖਾਈ ਦਿੱਤੇ। ਉਹ ਆਪਸ ਵਿੱਚ ਲੜ ਰਹੇ ਸਨ। ਉਸ ਨੂੰ ਆਭਾਸ ਹੋਇਆ ਕਿ ਜਿਵੇਂ ਪਿੰਡ ਉੱਪਰ ਕੋਈ ਸੈਨਾ ਹਮਲਾ ਕਰ ਰਹੀ ਹੋਵੇ। ਉਹ ਤੁਰੰਤ ਭੱਜ ਕੇ ਪਿੰਡ ਵਿੱਚ ਕਬੀਲੇ ਦੇ ਸਰਦਾਰ ਕੋਲ ਗਿਆ। ਉਸ ਨੂੰ ਸਾਰੀ ਗੱਲ ਦੱਸੀ। ਸਰਦਾਰ ਨੇ ਕਿਹਾ ਕਿ ਜੇਕਰ ਇਹ ਗੱਲ ਝੂਠ ਨਿਕਲੀ ਤਾਂ ਮੈਂ ਕੱਲ ਤੈਨੂੰ ਕਤਲ ਕਰਵਾ ਦੇਵਾਂਗਾ। ਅਗਲੇ ਦਿਨ ਸੱਚਮੁੱਚ ਹੀ ਇੱਕ ਸੈਨਾ ਨੇ ਪਿੰਡ ਉੱਪਰ ਸੰਧੀ ਤੋੜ ਕੇ ਹਮਲਾ ਕਰ ਦਿੱਤਾ, ਪਰ ਕਿਉਂਕਿ ਉਸ ਪਿੰਡ ਦੇ ਲੋਕ ਪਹਿਲਾਂ ਤੋਂ ਹੀ ਤਿਆਰ ਸਨ ਤਾਂ ਉਹਨਾਂ ਨੇ ਉਸ ਸੈਨਾ ਨੂੰ ਹਰਾ ਦਿੱਤਾ। ਸਰਦਾਰ ਨੇ ਖੁਸ਼ ਹੋ ਕੇ ਉਸ ਨੂੰ ਸੋਨੇ ਦੇ 50 ਟੁਕੜੇ ਦਿੱਤੇ ਅਤੇ ਉਸ ਨੂੰ ਸਲਾਹਕਾਰ ਦੀ ਨੌਕਰੀ ਦੇ ਦਿੱਤੀ। ਲੜਕੇ ਨੇ ਸੋਚਿਆ ਕਿ ਹੁਣ ਉਹ ਫਾਤਿਮਾ ਨਾਲ ਵਿਆਹ ਕਰਵਾ ਕੇ ਉੱਥੇ ਆਰਾਮ ਨਾਲ ਰਹਿ ਸਕਦਾ ਹੈ, ਪਰ ਉਸੇ ਰਾਤ ਉਸ ਨੂੰ ਅਲਕੈਮਿਸਟ ਮਿਲਿਆ। ਉਸਨੇ ਕਿਹਾ ਕਿ ਉਸ ਨੂੰ ਆਪਣੇ ਖਜ਼ਾਨੇ ਦੀ ਭਾਲ ਵਿੱਚ ਜਾਣਾ ਚਾਹੀਦਾ ਹੈ। ਉਸ ਨੂੰ ਇਹ ਕੰਮ ਅੱਧ ਵਿਚਕਾਰ ਨਹੀਂ ਛੱਡਣਾ ਚਾਹੀਦਾ। ਉਸਨੇ ਇਹੀ ਗੱਲ ਫਾਤਿਮਾ ਨਾਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਮਾਰੂਥਲ ਦੀ ਔਰਤ ਹੈ। ਉਹ ਆਪਣੇ ਆਦਮੀ ਦਾ ਇੰਤਜ਼ਾਰ ਕਰਨਾ ਜਾਣਦੀ ਹੈ। ਸੱਚਾ ਪਿਆਰ ਕਦੇ ਵੀ ਕਿਸੇ ਨੂੰ ਸੁਪਨੇ ਪੂਰੇ ਕਰਨ ਤੋਂ ਨਹੀਂ ਰੋਕਿਆ ਕਰਦਾ ਅਤੇ ਉਹ ਉਸ ਦਾ ਇੰਤਜ਼ਾਰ ਕਰੇਗੀ। ਲੜਕਾ ਅਲਕੈਮਿਸਟ ਨਾਲ ਮਿਲ ਕੇ ਖਜ਼ਾਨੇ ਦੀ ਭਾਲ ਵਿੱਚ ਚੱਲ ਪਿਆ। ਰਸਤੇ ਵਿੱਚ ਅਲਕੈਮਿਸਟ ਨੇ ਕਿਹਾ ਕਿ ਸਾਡਾ ਦਿਲ ਸਾਡੇ ਸੁਪਨੇ ਪੂਰੇ ਕਰਨ ਦੇ ਰਸਤੇ ਬਾਰੇ ਸਾਨੂੰ ਹਮੇਸ਼ਾ ਸੰਕੇਤ ਦਿੰਦਾ ਹੈ। ਸਾਨੂੰ ਇਸ ਨੂੰ ਸੁਣਨਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਆਪਣੇ ਦਿਲ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦੇ ਹਾਂ ਤਾਂ ਇਹ ਆਵਾਜ਼ ਹੌਲੀ-ਹੌਲੀ ਆਉਣੀ ਬੰਦ ਹੋ ਜਾਂਦੀ ਹੈ। ਕਈ ਦਿਨ ਚੱਲਣ ਪਿੱਛੋਂ ਇੱਕ ਥਾਂ ਉਹਨਾਂ ਨੂੰ ਇੱਕ ਕਬੀਲੇ ਦੇ ਲੋਕਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਜਾਸੂਸੀ ਦਾ ਇਲਜ਼ਾਮ ਲਗਾਇਆ। ਅਲਕੈਮਿਸਟ ਨੇ ਕਿਹਾ ਕਿ ਉਹ ਸ਼ਿਕਾਰ ਉੱਪਰ ਨਿਕਲੇ ਨੇ ਅਤੇ ਲੜਕੇ ਵੱਲ ਇਸ਼ਾਰਾ ਕਰਕੇ ਉਸਨੇ ਕਿਹਾ ਕਿ ਉਹ ਆਪਣੇ ਆਪ ਨੂੰ ਹਵਾ ਵਿੱਚ ਬਦਲ ਕੇ ਤੂਫਾਨ ਲਿਆ ਸਕਦਾ ਹੈ, ਜਿਸ ਨਾਲ ਉਹਨਾਂ ਦੇ ਸਾਰੇ ਟੈਂਟ ਤਬਾਹ ਹੋ ਜਾਣਗੇ। ਕਬੀਲੇ ਦਾ ਸਰਦਾਰ ਹੱਸਿਆ ਅਤੇ ਉਸਨੇ ਅਜਿਹਾ ਕਰਕੇ ਦਿਖਾਉਣ ਲਈ ਕਿਹਾ ਅਤੇ ਬਦਲੇ ਵਿੱਚ ਉਸਨੇ ਲੜਕੇ ਨੂੰ 3 ਦਿਨ ਦਿੱਤੇ। 3 ਦਿਨਾਂ ਦੇ ਬਦਲੇ ਉਸਨੇ ਲੜਕੇ ਦਾ ਸਾਰਾ ਸੋਨਾ ਖੋਹ ਲਿਆ। ਲੜਕਾ ਘਬਰਾਇਆ ਅਤੇ ਅਲਕੈਮਿਸਟ ਨੂੰ ਕੋਸਦਾ ਰਿਹਾ ਕਿ ਉਸਨੇ ਉਸ ਨੂੰ ਕਿੱਥੇ ਫਸਾ ਦਿੱਤਾ ਹੈ, ਕਿਉਂਕਿ ਉਹ ਨਹੀਂ ਜਾਣਦਾ ਸੀ ਕਿ ਆਪਣੇ ਆਪ ਨੂੰ ਹਵਾ ਵਿੱਚ ਕਿਵੇਂ ਬਦਲਿਆ ਜਾਂਦਾ ਹੈ। ਅਲਕੈਮਿਸਟ ਨੇ ਕਿਹਾ ਕਿ ਉਹ ਇਹ ਕਰ ਸਕਦਾ ਹੈ, ਜੇਕਰ ਨਹੀਂ ਕਰਦਾ ਤਾਂ ਮੌਤ ਉਸ ਦੇ ਸਾਹਮਣੇ ਹੈ। ਲੜਕਾ 3 ਦਿਨ ਮਾਰੂਥਲ ਵਿੱਚ ਘੁੰਮਦਾ ਰਿਹਾ। ਤੀਜੇ ਦਿਨ ਸਭ ਦੇ ਸਾਹਮਣੇ ਉਹ ਇੱਕ ਉੱਚੇ ਟਿੱਲੇ ਉੱਪਰ ਖੜਾ ਹੋਇਆ। ਉਸਨੇ ਮਾਰੂਥਲ ਦੀ ਰੇਤ, ਹਵਾ ਅਤੇ ਸੂਰਜ ਨੂੰ ਬੇਨਤੀ ਕੀਤੀ ਅਤੇ ਜ਼ਬਰਦਸਤ ਤੂਫਾਨ ਲਿਆਉਣ ਵਿੱਚ ਸਫਲ ਹੋ ਗਿਆ। ਤੂਫਾਨ ਵਿੱਚ ਕਬੀਲੇ ਦੇ ਸਾਰੇ ਟੈਂਟ ਉੱਡ ਗਏ। ਡਰ ਕੇ ਉਹਨਾਂ ਨੇ ਦੋਹਾਂ ਨੂੰ ਛੱਡ ਦਿੱਤਾ। ਉਸ ਤੋਂ ਬਾਅਦ ਉਹ ਦੋਵੇਂ ਚੱਲ ਪਏ ਅਤੇ ਇੱਕ ਭਿਕਸ਼ੂ ਕੋਲ ਪਹੁੰਚੇ। ਉੱਥੇ ਅਲਕੈਮਿਸਟ ਨੇ ਤਾਂਬੇ ਨੂੰ ਸੋਨੇ ਵਿੱਚ ਬਦਲਿਆ। ਉਸਦੇ 4 ਟੁਕੜੇ ਕੀਤੇ। ਇੱਕ ਟੁਕੜਾ ਉਸਨੇ ਆਪ ਰੱਖ ਲਿਆ, ਇੱਕ ਟੁਕੜਾ ਲੜਕੇ ਨੂੰ ਦੇ ਦਿੱਤਾ ਕਿਉਂਕਿ ਉਸਦਾ ਸਾਰਾ ਸੋਨਾ ਖੋਹਿਆ ਜਾ ਚੁੱਕਾ ਸੀ। 2 ਟੁਕੜੇ ਉਸਨੇ ਭਿਕਸ਼ੂ ਨੂੰ ਦੇ ਦਿੱਤੇ। ਇੱਕ ਟੁਕੜਾ ਭਿਕਸ਼ੂ ਦੁਆਰਾ ਉਹਨਾਂ ਨੂੰ ਸ਼ਰਨ ਦੇਣ ਲਈ ਅਤੇ ਦੂਜਾ ਟੁਕੜਾ ਲੜਕੇ ਲਈ ਜਦੋਂ ਉਹ ਵਾਪਸੀ ਵੇਲੇ ਉੱਥੋਂ ਲੰਘੇਗਾ। ਉਸ ਤੋਂ ਬਾਅਦ ਅਲਕੈਮਿਸਟ ਆਪਣੇ ਰਸਤੇ ਤੁਰ ਗਿਆ ਅਤੇ ਲੜਕੇ ਨੂੰ ਉਸਨੇ ਪਿਰਾਮਿਡਾਂ ਦਾ ਰਾਹ ਦਿਖਾ ਦਿੱਤਾ। ਲੜਕਾ ਚੱਲਦਾ ਚੱਲਦਾ ਕਈ ਦਿਨਾਂ ਬਾਅਦ ਪਿਰਾਮਿਡਾਂ ਕੋਲ ਪਹੁੰਚ ਗਿਆ। ਪਿਰਾਮਿਡ ਦੇਖ ਕੇ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਜਿੱਥੇ ਉਸ ਦੇ ਹੰਝੂ ਡਿੱਗੇ ਉੱਥੋਂ ਇੱਕ ਕੀੜਾ ਨਿਕਲਿਆ, ਜਿਸ ਨੂੰ ਇਜਿਪਟ ਵਿੱਚ ਰੱਬ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿਸ ਜਗ੍ਹਾ ਤੋਂ ਉਹ ਕੀੜਾ ਨਿਕਲਿਆ, ਲੜਕੇ ਨੇ ਉਸ ਜਗ੍ਹਾ ਨੂੰ ਖੋਦਣਾ ਸ਼ੁਰੂ ਕਰ ਦਿੱਤਾ। ਜਦੋਂ ਉਹ ਉਸ ਜਗ੍ਹਾ ਨੂੰ ਖੋਦ ਰਿਹਾ ਸੀ ਤਾਂ ਉੱਥੇ ਕੁਝ ਲੁਟੇਰੇ ਆ ਗਏ। ਉਹਨਾਂ ਨੇ ਲੜਕੇ ਤੋਂ ਅਲਕੈਮਿਸਟ ਦੁਆਰਾ ਦਿੱਤਾ ਹੋਇਆ ਸੋਨੇ ਦਾ ਟੁਕੜਾ ਖੋਹ ਲਿਆ ਅਤੇ ਸੋਚਿਆ ਕਿ ਉਸਨੇ ਕੁਝ ਹੋਰ ਸੋਨਾ ਵੀ ਉੱਥੇ ਦੱਬਿਆ ਹੋਵੇਗਾ। ਉਹ ਉਸ ਤੋਂ ਖੁਦਾਈ ਕਰਵਾਉਂਦੇ ਰਹੇ ਅਤੇ ਉਸ ਨੂੰ ਕੁੱਟਦੇ ਮਾਰਦੇ ਰਹੇ। ਅਖੀਰ ਲੜਕੇ ਨੇ ਖਿੱਝ ਕੇ ਉਹਨਾਂ ਨੂੰ ਦੱਸ ਦਿੱਤਾ ਕਿ ਉਹ ਉੱਥੇ ਆਪਣੇ ਖਜ਼ਾਨੇ ਨੂੰ ਲੱਭਣ ਆਇਆ ਅਤੇ ਟੋਆ ਪੁੱਟ ਕੇ ਆਪਣਾ ਖਜ਼ਾਨਾ ਲੱਭ ਰਿਹਾ ਹੈ। ਲੁਟੇਰੇ ਹੱਸਣ ਲੱਗੇ ਅਤੇ ਪਾਗਲ ਸਮਝ ਕੇ ਉਸ ਨੂੰ ਉੱਥੇ ਛੱਡ ਕੇ ਚਲੇ ਗਏ। ਜਾਂਦੇ ਜਾਂਦੇ ਇੱਕ ਲੁਟੇਰੇ ਨੇ ਉਸ ਨੂੰ ਕਿਹਾ, ਸੁਪਨਿਆਂ ਨਾਲ ਖਜ਼ਾਨੇ ਨਹੀਂ ਲੱਭਦੇ। ਉਸ ਨੂੰ ਵੀ ਇੱਕ ਸੁਪਨਾ ਆਇਆ ਸੀ ਕਿ ਸਪੇਨ ਵਿੱਚ ਇੱਕ ਢਹੀ ਹੋਈ ਚਰਚ ਵਿੱਚ ਸਾਈਕਾਮੋਰ ਦਰਖਤ ਥੱਲੇ ਖਜ਼ਾਨਾ ਦੱਬਿਆ ਹੋਇਆ ਹੈ, ਜਿੱਥੇ ਚਰਵਾਹੇ ਭੇਡਾਂ ਚਰਾਉਂਦੇ ਨੇ। ਇਸ ਦੇ ਨਾਲ ਹੀ ਲੁਟੇਰੇ ਨੇ ਕਿਹਾ ਕਿ ਉਹ ਇੰਨਾ ਪਾਗਲ ਨਹੀਂ ਹੈ ਕਿ ਕਿਸੇ ਸੁਪਨੇ ਪਿੱਛੇ ਹੁਣ ਸਪੇਨ ਚਲਾ ਜਾਵੇ। ਉਹਨਾਂ ਦੇ ਜਾਣ ਤੋਂ ਬਾਅਦ ਲੜਕਾ ਉੱਠਿਆ ਅਤੇ ਖੁਸ਼ੀ ਨਾਲ ਹੱਸਣ ਲੱਗਾ।
ਉਹ ਵਾਪਸ ਉਸੇ ਚਰਚ ਵਿੱਚ ਗਿਆ ਜਿੱਥੋਂ ਉਹ ਆਇਆ ਸੀ। ਉਸਨੇ ਸਾਈਕਾਮੋਰ ਦਰਖਤ ਹੇਠਾਂ ਖੁਦਾਈ ਕੀਤੀ ਜਿੱਥੇ ਉਸ ਰਾਤ ਉਸ ਨੂੰ ਸੁਪਨਾ ਆਇਆ ਸੀ ਅਤੇ ਉਸ ਨੂੰ ਬੇਸ਼ਕੀਮਤੀ ਖਜ਼ਾਨਾ ਲੱਭ ਗਿਆ। ਫਿਰ ਉਸ ਨੂੰ ਉਹ ਬੁੱਢੀ ਔਰਤ ਯਾਦ ਆਈ ਜਿਸ ਨੇ ਸ਼ੁਰੂ ਵਿੱਚ ਉਸਦੇ ਸੁਪਨੇ ਦਾ ਮਤਲਬ ਦੱਸਿਆ ਸੀ। ਉਸਨੇ ਸੋਚਿਆ ਕਿ ਉਹ ਉਸ ਔਰਤ ਨੂੰ ਖਜ਼ਾਨੇ ਦਾ 10ਵਾਂ ਹਿੱਸਾ ਦੇ ਕੇ ਵਾਪਸ ਫਾਤਮਾ ਕੋਲ ਜਾਵੇਗਾ ਅਤੇ ਉਸ ਨਾਲ ਵਿਆਹ ਕਰਵਾਏਗਾ ਜੋ ਅੱਜ ਵੀ ਉਸ ਦਾ ਇੰਤਜ਼ਾਰ ਕਰ ਰਹੀ ਹੈ। ਸੋ ਇਸ ਕਿਤਾਬ ਵਿੱਚ ਬੜੇ ਸਰਲ ਸ਼ਬਦਾਂ ਵਿੱਚ ਸਮਝਾਇਆ ਗਿਆ ਹੈ ਕਿ ਕਿਵੇਂ ਇੱਕ ਵਿਅਕਤੀ ਨੂੰ ਆਪਣੇ ਦਿਲ ਦੀ ਆਵਾਜ਼ ਸੁਣ ਕੇ ਸੁਪਨਿਆਂ ਦਾ ਪਿੱਛਾ ਨਹੀਂ ਛੱਡਣਾ ਚਾਹੀਦਾ ਅਤੇ ਸਮਝਾਇਆ ਕਿ ਵਿਅਕਤੀ ਜਿਹੜੀ ਵੀ ਚੀਜ਼ ਦਿਲੋਂ ਚਾਹੁੰਦਾ ਹੈ ਪੂਰਾ ਬ੍ਰਹਿਮੰਡ ਉਸ ਨੂੰ ਉਹ ਚੀਜ਼ ਦਿਵਾਉਣ ਵਿੱਚ ਮਦਦ ਕਰਦਾ ਹੈ।